कृषि कानून को लेकर जहां देश भर में विरोध हो रहा है, वहीं पंजाब और हरियाणा के किसान दिल्ली दरबार में अपनी बात पहुंचाने के लिए दिल्ली में डेरा डाले हुए हैं। इतना ही नहीं, इतनी ठिठुरती रात में कृषि कानून को लेकर जहां देश भर में विरोध हो रहा है, वहीं पंजाब और हरियाणा के किसान दिल्ली दरबार में अपनी बात पहुंचाने के लिए दिल्ली में डेरा डाले हुए हैं। इतना ही नहीं, इतनी ठिठुरती रात में वो ट्रैक्टर ट्रालियां अपने ले जाकर ट्रालियों में ही अपना आशियाना बनाए हुए हैं। इसी कड़ी में ही एलनाबाद खंड के गांव तलवाड़ा खुर्द के एक किसान जो पेशे से एडवोकेट भी हैं, एडवोकेट जरनैल सिंह बराड़, जो पिछले लगभग 15 दिन से भूख हड़ताल पर बैठे हैं और इन 3 कानूनों को लेकर क्या कहना है, इनकी क्या मांग है, इनसे बात करते हैं जरनैल सिंह बराड़ से। जरनैल सिंह जी, आप जो ये लगभग 15 दिन से भूख हड़ताल पर बैठे हैं, इसके बारे में आज विस्तार से बताएं। वाहिगुरु जी का खालसा, श्री वाहिगुरु जी की फतेह। जो 3 कानूनों ਨੂੰ ਲੈ ਕੇ ਦਿੱਲੀ के ਲੱਖਾਂ ਦੀ ਗਿਣਤੀ ਕਿਸਾਨ ਬੈਠੇ ਹੈ ਤੇ ਸਰਕਾਰ ਤੇ ਕਿਸਾਨਾਂ ਦੇ ਵਿੱਚ ਇੱਕ ਪੈਚ ਫਸ ਗਿਆ ਹੈ। ਇੱਕ ਗਹਿਰਾ ਜੋ ਕਿਨਾ ਇੱਕ ਪੈਚ ਫਸਿਆ ਹੋਇਆ ਹੈ, ਉਸ ਨੂੰ ਲੈ ਕੇ ਮੈਂ ਅੱਜ ਇੱਕ ਪਹਿਲਾਂ ਵੀ ਜਦੋਂ ਮੈਂ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੇ ਇੱਕ ਚਿੰਤਾ ਸੀ ਮੇਰੇ ਦਿਮਾਗ ਦੇ ਵਿੱਚ ਵੀ ਕਿਤੇ ਇਹ ਅੰਦੋਲਨ ਉਸ ਰਾਸਤੇ ਤੇ ਨਾ ਚਲਾ ਜਾਵੇ ਜਿਸ ਤੇ ਪੰਜਾਬ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਏ, ਇਹ ਪੰਜਾਬ ਸਾਰਾ ਇਹ 84 ਵਾਲੇ ਦੌਰ ਵੱਲ ਨੂੰ ਨਾ ਚਲਾ ਜਾਵੇ। ਲੇਕਿਨ ਅੱਜ ਜੋ ਸਰਕਾਰ ਤੇ ਕਿਸਾਨ ਨੇਤਿਆਂ ਦਾ ਜਿਹੜਾ ਰਵੱਈਆ ਹੈ ਉਹਦੇ ਵਿੱਚ ਵੀ ਇੱਕ ਡਰ ਪੈਦਾ ਹੋਣ ਲੱਗ ਪਿਆ ਤੇ ਮੇਰੀ ਜਿਹੜੀ ਅਪੀਲ ਕਰਨਾ ਚਾਹੁੰਦਾ ਕਿਸਾਨ ਨੇਤਿਆਂ ਨੂੰ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਪੈਦਾ ਹੋਣ ਦਿਓ ਕਿ ਇਹ ਕਿਸਾਨ ਭੜਕ ਜਾਣ। ਪੂਰੇ ਦੇਸ਼ ਵਾਸਤੇ ਤੇ ਪੰਜਾਬ ਵਾਸਤੇ, ਇਹ ਪੰਜਾਬ ਦੇ ਕਿਨਾ ਸ਼ਾਂਤੀ ਵਾਸਤੇ ਖਤਰਾ ਹੋ ਜੇ। ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਤੋਂ ਬਚਿਆ ਜੇ। ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹੈ, ਇਹ ਦੇਸ਼ ਜੋ ਹੈ ਸਾਡਾ ਸਾਰਿਆਂ ਦਾ ਹੈ, ਇਹਦੀ ਤਰੱਕੀ ਦੀ, ਇਹਦੇ ਵਿਕਾਸ ਦਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਗਵਰਨਮੈਂਟ ਵੀ ਰਿਸਪੌਂਸੀਬਲ ਹੈ, ਅਸੀਂ ਵੀ ਸਾਰੇ ਇਹਦੇ ਵਿਕਾਸ ਲਈ ਲੱਗੇ ਹੋਏ ਹਾਂ। ਸਾਨੂੰ ਸਾਰਿਆਂ ਨੂੰ ਉਹ ਗੱਲ ਦੀ ਤਾਇਦ ਕਰਨੀ ਚਾਹੀਦੀ ਹੈ। ਦੇਸ਼ ਦੇ ਵਿਕਾਸ ਵਾਸਤੇ ਬਹੁਤ ਸਾਰੇ ਕਾਨੂੰਨ ਬਣਾਏ ਜਾਂਦੇ ਹੈ, ਸਾਨੂੰ ਸਿਰਫ ਇਹਨਾਂ ਕਾਨੂੰਨਾਂ ਦੇ ਵਿੱਚ ਉਹੀ ਗੱਲਾਂ ਦੀ ਸੰਸ਼ੋਧਨ ਕਰਨਾ ਚਾਹੀਦਾ ਜਿਹੜੀ ਕਿਸਾਨੀ ਨੂੰ ਨੁਕਸਾਨ ਕਰਦੇ ਹੈ। ਇਹ ਗੱਲ ਦੀ ਕਿਸਾਨ ਨੇਤਿਆਂ ਨੂੰ ਅੜੀ ਨਹੀਂ ਕਰਨੀ ਚਾਹੀਦੀ ਕਿ ਵੀ ਸਾਰੇ ਦੇ ਸਾਰੇ ਕਾਨੂੰਨ ਰੱਦ ਹੋਣ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। 2 ਤਰ੍ਹਾਂ ਦੀਆਂ ਅਰਥ ਵਿਵਸਥਾ ਸਾਡੇ ਇੱਕ ਤਾਂ ਸਮਾਜਵਾਦੀ ਅਰਥ ਵਿਵਸਥਾ, ਰਸ਼ੀਆ ਦੀ ਅਰਥ ਵਿਵਸਥਾ, ਜਿਵੇਂ ਇੱਕ ਚਾਈਨਾ ਵੀ ਸਮਾਜਵਾਦੀ ਦੇਸ਼ ਹੈ, ਰਸ਼ੀਆ ਵੀ ਸਮਾਜਵਾਦੀ ਦੇਸ਼ ਹੈ। ਰਸ਼ੀਆ ਦੇ ਵਿੱਚ ਪੂਰੀ ਦੀ ਪੂਰੀ ਸਿਸਟਮ ਤੇ ਸਰਕਾਰ ਦਾ ਕਬਜ਼ਾ ਹੈ। ਅਮਰੀਕਾ ਪੂਰੀ ਤਰ੍ਹਾਂ ਪੂੰਜੀਵਾਦੀ ਹੈ, ਲੇਕਿਨ ਚਾਈਨਾ ਇੱਕ ਉਸ ਤਰ੍ਹਾਂ ਦਾ ਦੇਸ਼ ਹੈ ਜਿੱਥੇ ਸਮਾਜਵਾਦੀ ਸਿਸਟਮ ਵੀ ਹੈ ਤੇ ਬਹੁਤ ਸਾਰੀਆਂ ਕੰਪਨੀਆਂ ਉੱਥੇ ਜਾ ਕੇ ਪੈਸਾ ਲਾਉਂਦੀਆਂ, ਉੱਥੇ ਇਨਵੈਸਟਮੈਂਟ ਕਰਦੀਆਂ ਤੇ ਇਸ ਲਈ ਦੇਸ਼ ਦੇ ਵਿਕਾਸ ਵਾਸਤੇ ਦੇਸ਼ ਦੇ ਵਿੱਚ ਇਨਵੈਸਟਮੈਂਟ ਕਰਨੀ ਵੀ ਜ਼ਰੂਰੀ ਹੈ। ਇਹ ਜਿਹੜੇ ਕਾਨੂੰਨ ਬਣਾਏ ਗਏ ਆ ਇਹ ਕਿਤਨਾ ਕਿਤੇ ਇੰਨੇ ਗਲਤ ਵੀ ਨਹੀਂ ਗਏ। ਜਿਹੜੇ ਕ੍ਰਿਸ਼ੀ ਫਰਮ ਹੁਣ ਤੁਸੀਂ ਦੇਖੋਗੇ ਇੱਕ ਕੰਪਨੀ ਤੋਂ ਬਿਨਾ ਜੇ ਅੱਜ ਅਸੀਂ ਵੇਖੀਏ ਕ੍ਰਿਸ਼ੀ 'ਚ ਕਿੰਨੀ ਤਰੱਕੀ ਹੋਈ ਹੈ। ਆ BT ਬੀਜ ਹੈ ਨਰਮੇ ਦਾ, ਨਰਮਾ ਜਿਹੜਾ 7 ਕੁਇੰਟਲ ਤੋਂ ਫਾਲਤੂ ਨਹੀਂ ਹੁੰਦਾ ਸੀਗਾ, ਅੱਜ BT ਬੀਜ ਦੇ ਕਾਰਨ ਨਰਮਾ ਜਿਹੜਾ 17-18 ਕੁਇੰਟਲ ਹੋਣ ਲੱਗ ਪਿਆ। ਇਹ ਜਿਹੜੀਆਂ ਚੀਜ਼ਾਂ ਨਾ, ਇਹ ਕੰਪਨੀਆਂ ਦੀ ਵੀ ਬਹੁਤ ਸਾਰੀ ਜ਼ਰੂਰਤ ਹੈ। ਇਹ ਨਹੀਂ ਸਾਨੂੰ ਅੜੀ ਕਰਨੀ ਚਾਹੀਦੀ ਵੀ ਸਾਰੇ ਕਾਨੂੰਨ ਨਿਰਸਤ ਕਰ ਦੇਣੇ ਚਾਹੀਦੇ ਹੈ ਤੇ ਜਿਹੜੀਆਂ ਚੀਜ਼ਾਂ ਇਹ ਕਾਨੂੰਨ ਦੇ ਵਿੱਚ ਕਮੀ ਹੈ ਸਾਨੂੰ ਸਿਰਫ ਉਹੀ ਰੱਦ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਸਾਡਾ ਨੁਕਸਾਨ ਹੋਣ ਵਾਲਾ ਹੈ। ਜਿਵੇਂ ਇਹਨਾਂ ਕਾਨੂੰਨਾਂ ਦੇ ਵਿੱਚ 2-3 ਕਮੀਆਂ ਜਿਹੜੀਆਂ ਮੈਂ ਵੀ ਸੋਚਦਾ ਹੈਗੀਆਂ। ਇੱਕ ਤਾਂ ਇਹਦੀ ਜੁਡੀਸ਼ਰੀ ਸਿਸਟਮ ਗਲਤ ਹੈ, ਇਹਨੂੰ ਨਿਆਲਿਆਂ ਦੇ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ। ਦੂਜਾ ਇਹਦੇ ਵਿੱਚ ਇਹ ਕਿਸਾਨ ਨੂੰ ਇੱਕ ਜਿਵੇਂ ਉਹਦੇ 'ਚ ਕੰਟਰੈਕਟ ਨੂੰ ਖਤਮ ਕਰਨ ਦਾ ਅਧਿਕਾਰ ਸਿਰਫ ਕੰਪਨੀ ਕੋਲੇ ਹੈ, ਕਿਸਾਨ ਕੋਲੇ ਵੀ ਕੰਟਰੈਕਟ ਨੂੰ ਖਤਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਹ ਜਿਹੜੀਆਂ ਚੀਜ਼ਾਂ ਇਹਦੇ ਸੰਸ਼ੋਧਨ ਕੀਤੇ ਜਾਣੇ ਚਾਹੀਦੇ ਹੈ। ਜਿਵੇਂ ਇੱਕ ਕਾਨੂੰਨ ਹੈ MSP ਦਾ,
ਹੁਣ ਜਿਵੇਂ ਛੋਟਾ ਕਿਸਾਨ ਆ 10 ਏਕੜ ਤੱਕ ਦਾ ਕਿਸਾਨ, ਉਹਨਾਂ ਕਿਸਾਨਾਂ ਵਾਸਤੇ ਇੱਕ MSP ਹੋਣੀ ਚਾਹੀਦੀ ਹੈ। ਜੇ ਕੋਈ ਫਾਰਮ ਕੰਟਰੈਕਟ ਫਾਰਮਿੰਗ 'ਚ ਦੇਣਾ ਚਾਹੁੰਦਾ ਦੇਵੇ, ਲੇਕਿਨ ਉਹਨਾਂ ਕੋਲ ਇੱਕ ਕੰਟਰੈਕਟ ਫਾਰਮਿੰਗ, ਉਹਨਾਂ ਕਿਸਾਨਾਂ ਦੀ ਇੱਕ ਹੋਰ ਦੁਵਿਧਾ ਹੈ। ਜਿਹੜੇ ਵੱਡੇ ਕਿਸਾਨ ਆ 10 ਏਕੜ ਤੋਂ ਫਾਲਤੂ ਵਾਲੇ ਕਿਸਾਨ, ਉਹਨਾਂ ਕੋਲੇ ਇੱਕ ਸਹਾਇਕ ਧੰਦੇ ਵੀ ਹੈ। ਕਿਸੇ ਕੋਲੇ ਦੁਕਾਨ ਹੈ, ਕਿਸੇ ਕੋਲੇ ਆੜ ਦੀ ਦੁਕਾਨ ਹੈ, ਕਿਸੇ ਕੋਲੇ ਫੈਕਟਰੀ ਦੀ ਦੁਕਾਨ ਹੈ, ਉਹਨਾਂ ਕੋਲੇ ਆਪਦੇ ਸਹਾਇਕ ਧੰਦੇ ਆ। ਲੇਕਿਨ ਛੋਟਾ ਕਿਸਾਨ ਆ, ਉਹਦੇ ਕੋਲੇ ਆਪਣਾ ਕੋਈ ਸਹਾਇਕ ਧੰਦਾ ਨਹੀਂ। ਅੱਜ ਹੀ ਜੇ ਅਸੀਂ ਕਹਿ ਦਿਆਂਗੇ ਖੇਤੀ ਘਾਟੇ ਦਾ ਸੌਦਾ ਹੈ ਔਰ ਘਾਟੇ ਦੇ ਕਾਰਨ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ, ਉਹ ਦੇ ਦੇਣਗੇ ਲੀਜ਼ ਤੇ ਲੇਕਿਨ ਉਹਨਾਂ ਕੋਲੇ ਰੁਜ਼ਗਾਰ ਕੋਈ ਨਹੀਂਗਾ। ਇਸ ਕਰਕੇ ਛੋਟੇ ਜਿਹੜੇ ਕਿਸਾਨ ਹੈ ਉਹਨਾਂ ਨੂੰ MSP ਗਰੰਟੀ ਕਾਨੂੰਨ ਦੇ ਤਹਿਤ ਲਿਆਂਦਾ ਜਾਵੇ। ਇਹ ਲਿਆਂਦਾ ਵੀ ਕਿਵੇਂ ਜਾਵੇ? ਸਵਾਮੀਨਾਥਨ ਦੀ ਰਿਪੋਰਟ ਦੇ ਅਨੁਸਾਰ ਸਿਰਫ ਉਹਨਾਂ ਲੋਕਾਂ ਨੂੰ MSP ਗਰੰਟੀ ਦੀ ਲੋੜ ਹੈ, ਜਿਹੜੇ ਵੱਡੇ ਕਿਸਾਨ ਆ ਉਹਨਾਂ ਨੂੰ ਕੋਈ MSP ਦੀ ਲੋੜ ਨਹੀਂ ਹੈ। ਬਾਕੀ ਦੂਜੇ ਦੋ ਕਾਨੂੰਨ ਹੈ ਜਿਹੜੇ, ਉਹਨਾਂ ਤੇ ਵੀ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗਾ। ਜਿਵੇਂ ਇਹ ਅੱਗ ਲਾਉਣ ਵਾਲਾ ਪਰਾਲੀ ਨੂੰ ਅੱਗ ਲਾਉਣ ਵਾਲਾ ਕਾਨੂੰਨ ਹੈ, ਮੈਂ ਇਸ ਗੱਲ ਦੇ ਹੱਕ 'ਚ ਹੈ। ਪਰਾਲੀ ਨੂੰ ਅੱਗ ਨਹੀਂ ਲਾਈ ਜਾਣੀ ਚਾਹੀਦੀ। ਪਰ ਪਰਾਲੀ ਨੂੰ ਅੱਗ ਲਾਉਣ ਵਾਲਾ ਕਾਨੂੰਨ ਬਿਲਕੁਲ ਸਹੀ ਹੈ, ਲੇਕਿਨ ਉਹਦੇ 'ਚ ਦੋ ਕਮੀਆਂ, ਉਹਦੇ ਦੋ ਸੰਸ਼ੋਧਨ ਕੀਤੇ ਜਾਣੇ ਚਾਹੀਦੇ ਹੈ। ਇੱਕ ਤਾਂ ਇਹ ਵੀ ਜਿੰਨਾ ਚਿਰ ਸਰਕਾਰ ਪਲਾਂਟ ਨਹੀਂ ਲਾ ਕੇ ਦਿੱਤੀ, ਪਰਾਲੀ ਨੂੰ ਗਾਲਣ ਵਾਲੇ ਪਲਾਂਟ ਨਹੀਂ ਲਾਉਂਦੀ, ਉਹਨਾਂ ਚਿਰ ਸਰਕਾਰ ਕਿਸਾਨਾਂ ਨੂੰ 2250 ਪਰ ਏਕੜ ਮੁਆਵਜ਼ਾ ਦੇਵੇ। ਔਰ ਉਸ ਦੇ ਨਾਲ ਜੇ ਕਿਸਾਨ ਇਹਦੀ ਧਾਨ 25 ਨਵੰਬਰ ਤੱਕ ਨਹੀਂ ਕੱਟਿਆ ਜਾਂਦਾਗਾ, 25 ਨਵੰਬਰ ਤੋਂ ਬਾਅਦ ਅੱਗ ਲਾਉਣ ਦੀ ਇਜਾਜ਼ਤ ਦੇਵੇ। ਇਹ ਦੋ ਚੀਜ਼ਾਂ ਇਹਦੇ ਸੰਸ਼ੋਧਿਤ ਕੀਤੀਆਂ ਜਾਣਾ ਚਾਹੀਦੀਆਂ। ਤੀਜੀ ਗੱਲ, ਸਾਡਾ ਇੱਕ ਬਿਜਲੀ ਕਾਨੂੰਨ ਹੈ। ਬਿਜਲੀ ਕਾਨੂੰਨ ਦੇ ਵਿੱਚ ਵੀ ਕੋਈ ਇੰਨਾ ਕੋਈ ਬੁਰਾ ਨਹੀਂ ਹੈ। ਬਿਜਲੀ ਕਾਨੂੰਨ ਜਿਹੜਾ ਹੈ ਉਹਦੇ ਵਿੱਚ ਸਿਰਫ ਇੰਨਾ ਹੀ ਸੰਸ਼ੋਧਨ ਕੀਤਾ ਜਾਣਾ ਚਾਹੀਦਾ ਹੈ, ਜਿਹੜੇ 10 ਏਕੜ ਤੱਕ ਦੇ ਜ਼ਿਮੀਂਦਾਰ ਹੈ ਉਹਨਾਂ ਦੀ ਜਿਹੜੀ ਕਿ ਨਾ ਇਹ ਸਬਸਿਡੀ ਉਹਨਾਂ ਦੀ ਜਾਰੀ ਰਹਿਣੀ ਚਾਹੀਦੀ ਉਸੇ ਤੱਕ ਦੀ। ਜਿਹੜੇ 10 ਏਕੜ ਤੋਂ ਜਿਨ੍ਹਾਂ ਦੀ ਇੱਕ ਮੋਟਰ ਹੈ, ਜਿਨ੍ਹਾਂ ਦੀਆਂ ਦੋ ਮੋਟਰਾਂ ਹੈ, ਜਿਹੜੇ 10 ਏਕੜ ਤੋਂ ਉੱਤੇ ਹੈ, ਜਿਵੇਂ ਅੱਜ ਬਾਦਲ ਸਾਹਿਬ ਆ, ਉਹਨਾਂ ਕੋਲੇ 1000 ਦੇ ਕਰੀਬ ਮੋਟਰ ਹੈ। ਸਾਡੇ ਮਲਕੀਤ ਸਿੰਘ ਖੋਸਾ ਜੀ, ਉਹਨਾਂ ਕੋਲੇ 20 ਮੋਟਰ ਹੈ। ਇਹ ਹਰ ਇੱਕ ਜ਼ਿਮੀਂਦਾਰ ਨੂੰ ਇਸ ਦੀ ਸਬਸਿਡੀ ਲੋੜ ਨਹੀਂ ਹੈ, ਉਹਨਾਂ ਦੀ ਸਬਸਿਡੀ ਕੱਟੀ ਜਾਣੀ ਚਾਹੀਦੀ ਹੈ। 10 ਏਕੜ ਤੱਕ ਦਾ ਜਿਹੜਾ ਜ਼ਿਮੀਂਦਾਰ ਹੈ ਉਹਨਾਂ ਦੀ ਇੱਕ ਮੋਟਰ ਦੀ ਸਬਸਿਡੀ ਇਹਦੇ ਤੇ ਰਹਿਣੀ ਚਾਹੀਦੀ ਹੈ। ਇਹ ਬਕਾਇਦਾ ਦੇਸ਼ ਤੇ ਬੋਝ ਹੈ। ਇਹ ਜਿਹੜੇ ਇਹਦੇ ਚੋਂ ਮੁਨਾਫੇ ਹੋਣਗੇ, ਜਿਹੜੀ ਇਹਦੇ ਚੋਂ ਕਮਾਈ ਹੋਗੀ, ਉਹ ਦੇਸ਼ ਦੇ ਵਿਕਾਸ ਵਾਸਤੇ ਲੱਗਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਜਿਹੜੇ ਸੰਸ਼ੋਧਨ ਹੈ ਸਾਨੂੰ ਕਬੂਲਣੇ ਚਾਹੀਦੇ ਹੈ। ਸਾਨੂੰ ਸਰਕਾਰ ਨਾਲ ਧੱਕਾ ਨਹੀਂ ਕਰਨਾ ਚਾਹੀਦਾਗਾ। ਇਹ ਦੇਸ਼ ਦੇ ਵਿਕਾਸ ਵਾਸਤੇ ਕੁਝ ਕਾਨੂੰਨ ਬਣਾਏ ਜਾਣੇ ਚਾਹੀਦੇ, ਉਹ ਜ਼ਰੂਰੀ ਕਾਨੂੰਨ ਹੈ। ਔਰ ਇਸ ਤਰ੍ਹਾਂ ਦਾ ਜੇ ਕਿਸਾਨ ਇਸ ਅੜੀ ਦੇ ਕਰਕੇ ਵੀ ਅੱਜ ਅਸੀਂ 30 ਲੱਖ ਲੋਕ ਬੈਠੇ ਹੈ ਤੇ ਅਸੀਂ ਸਾਰੀਆਂ ਮਨਵਾ ਕੇ ਬੈਠਾਂਗੇ, ਤੇ ਇਹਦਾ ਮਤਲਬ ਕਿੰਨਾ ਕਿਤੇ ਦੇਸ਼ ਦੇ ਵਿਕਾਸ ਰੁਕਣ ਦੀ ਸੰਭਾਵਨਾ ਹੈ। ਸਾਨੂੰ ਉਸ ਤਰ੍ਹਾਂ ਦੇ ਜਿਹੜੇ ਦੇਸ਼ ਨੂੰ ਵਿਕਾਸ ਦੀ ਗਤੀ ਦੇਣ ਵਾਲੇ ਕਾਨੂੰਨ ਹੈ, ਉਹਨਾਂ ਨੂੰ ਸਿਰਫ ਸਾਡੇ ਨੁਕਸਾਨ ਵਾਲੇ ਕਾਨੂੰਨ ਰੁਕਣੇ ਚਾਹੀਦੇ ਹੈ। ਅੱਜ ਜਿਵੇਂ ਗੱਲ ਚੱਲੀ ਮੰਡੀਆਂ ਦੀ, ਮੰਡੀ ਕੀ ਹੈ? ਜਦੋਂ ਮੰਡੀ ਇੱਕ ਸਾਡੇ ਨਾਲ ਇੱਕ ਪੈਰਲਲ ਸਾਨੂੰ ਮਿਲਦੀ ਹੈ ਤਾਂ ਸਾਨੂੰ ਕੀ ਨੁਕਸਾਨ ਹੈ? ਸਾਨੂੰ ਸਿਰਫ ਚਾਹੀਦੀ ਹੈ MSP। ਸਾਡੀ ਫਸਲ ਵਿਕਣੀ ਚਾਹੀਦੀ ਹੈ ਮਿਨੀਮਮ ਨਿਊਨਤਮ ਪ੍ਰਾਈਸ ਤੇ, ਔਰ ਉਹ ਸਾਡੀ ਗਰੰਟੀ ਸਰਕਾਰ ਲੈ ਲੇ। ਸਾਡੇ ਵੱਲੋਂ ਮੰਡੀਆਂ ਖਤਮ ਹੋਣ, ਸਾਡੇ ਵੱਲੋਂ ਮੰਡੀਆਂ ਚੱਲਣ ਨਾ ਚੱਲਣ, ਸਾਨੂੰ ਉਸ ਗੱਲ ਨਾਲ ਕੋਈ ਮਤਲਬ ਨਹੀਂਗਾ। ਕਿਸਾਨ ਨੂੰ ਸਿਰਫ ਇੱਕ ਲੜਾਈ ਲੜਨੀ ਚਾਹੀਦੀ ਹੈ MSP ਗਰੰਟੀ ਕਾਨੂੰਨ ਦੀ, ਤੇ ਉਹ ਜਿਹੜੇ ਕਾਨੂੰਨ ਆ ਉਹਨਾਂ 'ਚ ਇਹ ਸੰਸ਼ੋਧਨ ਕਰਨੀ। ਬਿਜਲੀ ਦੀ ਸਿਰਫ 10 ਏਕੜ ਤੱਕ ਦੀ, ਪਰਾਲੀ ਦੀ ਜਿਹੜੀ ਉਹਨੂੰ ਮੁਆਵਜ਼ੇ ਦੀ ਲੜਾਈ ਲੜਨੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਇਹ ਪ੍ਰਦੂਸ਼ਣ ਫੈਲਾਉਣ ਦੀ ਲੜਾਈ ਲੜਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗुरु जी की फतेह। तो इस प्रकार 20 दिसंबर से मरण व्रत पर बैठे जरनैल सिंह बराड़ ने बताया कि जो 3 कृषि कानून पास किए गए हैं वो सभी उसके क्लास गलत नहीं है, और उन्होंने कहा जो किसान विरोध कर रहे हैं सिर्फ उन्हीं क्लास का विरोध करना चाहिए जिन क्लास से किसान को नुकसान हो रहा है। और उन्होंने यह भी बताया कि किस तरह 10 एकड़ तक के किसान वालों को MSP निर्धारित करना चाहिए। धन्यवाद।